ਸਤਿ ਸ਼੍ਰੀ ਅਕਾਲ। ਪੰਜਾਬ ਇਸ ਵੇਲੇ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਤੇ ਮੈਂ ਹਾਂ ਤੁਹਾਡੇ ਨਾਲ ਗਗਨਦੀਪ ਸਿੰਘ। ਪੰਜਾਬ ਇਸ ਵੇਲੇ ਦੀ ਵਿੱਚ ਗੱਲ ਕਰਦੇ ਹਾਂ ਪੰਜਾਬ ਦੀਆਂ ਕੁਝ ਧਾਰਮਿਕ ਅਤੇ ਸਿਆਸੀ ਗਤੀਵਿਧੀਆਂ ਦੀ। ਪੰਜਾਬ ਦੇ ਵਿੱਚ ਧਾਰਮਿਕ ਅਤੇ ਸਿਆਸੀ ਖੇਤਰ ਦੇ ਵਿੱਚ ਕੀ ਕੁਝ ਹੋਇਆ ਉਸ ਤੇ ਅੱਜ ਨਜ਼ਰ ਮਾਰਾਂਗੇ। ਸਭ ਤੋਂ ਪਹਿਲਾਂ ਗੱਲ ਕਰਾਂਗੇ ਨਵਜੋਤ ਸਿੰਘ ਸਿੱਧੂ ਦੇ ਬਾਰੇ। ਸਿੱਧੂ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਤੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਦੀ ਪ੍ਰੈਸ ਕਾਨਫਰੰਸ ਦੇ ਵੱਲ ਵੀ ਤੁਹਾਨੂੰ ਲੈ ਜਾਵਾਂਗੇ ਤੇ ਨਾਲ ਹੀ ਕਿਸਾਨ ਆਰਡੀਨੈਂਸਾਂ ਦੇ ਵਿੱਚੋਂ ਤੀਜਾ ਬਿੱਲ ਵੀ ਪਾਸ ਹੋ ਗਿਆ, ਉਸ ਤੇ ਵੀ ਜ਼ਰੂਰ ਨਜ਼ਰ ਮਾਰਾਂਗੇ ਤੇ ਨਾਲ ਹੀ ਪੰਜਾਬ ਦੇ ਵਿੱਚ ਹੋਰ ਕੀ ਕੁਝ ਵੱਡਾ ਵਾਪਰਿਆ ਉਹ ਵੀ ਤੁਹਾਨੂੰ ਦੱਸਦੇ ਹਾਂ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਦੇ ਵੱਲ। ਨਵਜੋਤ ਸਿੰਘ ਸਿੱਧੂ ਦੇ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ। ਜੀ ਹਾਂ, ਨਵਜੋਤ ਸਿੰਘ ਸਿੱਧੂ ਹੁਣ ਇੱਕ ਵਾਰ ਫਿਰ ਸਰਗਰਮ ਸਿਆਸਤ ਦੇ ਵਿੱਚ ਨਜ਼ਰ ਆਉਣਗੇ। ਨਵਜੋਤ ਸਿੰਘ ਸਿੱਧੂ ਜੋ ਕਿ ਸਾਲ ਭਰ ਤੋਂ ਆਪਣੀ ਸਿਆਸੀ ਚੁੱਪੀ ਦੇ ਵਿੱਚ ਸੀ, ਉਹਨਾਂ ਦੇ ਵੱਲੋਂ ਹੁਣ ਐਲਾਨ ਕੀਤਾ ਗਿਆ ਹੈ ਕਿ ਉਹ ਹੁਣ ਕਿਸਾਨਾਂ ਦੇ ਨਾਲ ਧਰਨਿਆਂ ਦੇ ਵਿੱਚ ਬੈਠਣਗੇ, ਜਿੱਥੇ ਉਹ ਅੰਮ੍ਰਿਤਸਰ ਤੋਂ ਇਸ ਦੀ ਸ਼ੁਰੂਆਤ ਕਰਨਗੇ। ਜੀ ਹਾਂ, ਨਵਜੋਤ ਸਿੰਘ ਸਿੱਧੂ ਹੁਣ ਧਰਨੇ ਦੇ ਵਿੱਚ ਕਿਸਾਨ ਆਰਡੀਨੈਂਸਾਂ ਦੇ ਖਿਲਾਫ ਨਜ਼ਰ ਆਉਣਗੇ। ਤਿੱਖੇ ਵਿਰੋਧ ਦੇ ਦਰਮਿਆਨ ਵੀ ਰਾਜ ਸਭਾ ਦੇ ਵਿੱਚ ਤੀਜਾ ਕਿਸਾਨ ਆਰਡੀਨੈਂਸ ਵੀ ਪਾਸ ਹੋ ਗਿਆ। ਦੱਸਦੀ ਕਿ ਬੀਤੇ ਦਿਨੀ ਲੋਕ ਸਭਾ ਦੇ ਵਿੱਚ ਪਾਸ ਹੋਣ ਤੋਂ ਬਾਅਦ ਇਹ ਤੀਜਾ ਆਰਡੀਨੈਂਸ ਵੀ ਅੱਜ ਰਾਜ ਸਭਾ ਦੇ ਵਿੱਚ ਪਾਸ ਹੋ ਗਿਆ। ਦੱਸਦੀ ਕਿ ਜ਼ਰੂਰੀ ਵਸਤਾਂ ਸੋਧ ਬਿੱਲ ਸੀ ਇਸ ਆਰਡੀਨੈਂਸ ਦਾ ਨਾਮ, ਜਿਸ ਨੂੰ ਅੱਜ ਪਾਸ ਕਰ ਦਿੱਤਾ ਗਿਆ ਰਾਜ ਸਭਾ ਦੇ ਵਿੱਚ। ਹੁਣ ਤੀਜਾ ਪੜਾਅ ਬਾਕੀ ਹੈ। ਉਸ ਪੜਾਅ ਦੇ ਵਿੱਚ ਇਹਨਾਂ ਬਿੱਲਾਂ ਨੂੰ ਰਾਸ਼ਟਰਪਤੀ ਦੇ ਸਾਈਨਾਂ ਲਈ ਭੇਜਿਆ ਜਾਵੇਗਾ, ਜਿਸ ਤੋਂ ਬਾਅਦ ਇਹਨਾਂ ਨੂੰ ਕਾਨੂੰਨ ਦੇ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਬਹਰਹਾਲ ਪੂਰੇ ਹੀ ਭਾਰਤ ਦੇ ਵਿੱਚ ਵੱਖ-ਵੱਖ ਜਗ੍ਹਾਵਾਂ ਦੇ ਉੱਤੇ ਇਹਨਾਂ ਆਰਡੀਨੈਂਸਾਂ ਨੂੰ ਲੈ ਕੇ ਕਿਸਾਨ ਧਰਨਿਆਂ ਦੇ ਉੱਤੇ ਨੇ। ਕਿਸਾਨ ਨਾਰਾਜ਼ ਨੇ, ਵਿਰੋਧੀ ਧਿਰਾਂ ਦੇ ਵੱਲੋਂ ਸੱਤਾ ਧਿਰ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਨੇ, ਪਰ ਲਗਾਤਾਰ ਇੰਨੇ ਵਿਰੋਧ ਦੇ ਬਾਵਜੂਦ ਵੀ ਇਹਨਾਂ ਆਰਡੀਨੈਂਸਾਂ ਨੂੰ ਲੋਕ ਸਭਾ ਤੋਂ ਬਾਅਦ ਰਾਜ ਸਭਾ ਦੇ ਵਿੱਚ ਵੀ ਪਾਸ ਕਰ ਦਿੱਤਾ ਗਿਆ। ਉਧਰ ਖੇਤੀ ਆਰਡੀਨੈਂਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਸਰਗਰਮ ਹੈ। ਪੰਜਾਬ ਦੀ ਸਿਆਸਤ ਦੇ ਵਿੱਚ ਵੱਡੇ ਚਿਹਰੇ ਮੰਨੇ ਜਾਂਦੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਵੀ ਬੀਤੇ ਦਿਨੀ ਪ੍ਰੈਸ ਕਾਨਫਰੰਸ ਕੀਤੀ ਕਿ ਇਸ ਵਕਤ ਹਾਲਾਤ ਇਹ ਹੈ ਕਿ ਧਰਨੇ ਮੁਜ਼ਾਹਰੇ ਕਰਕੇ ਵੀ ਦੇਖ ਲਏ, ਹਰ ਕਿਸਮ ਦੀਆਂ ਦਲੀਲਾਂ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਲੋਕਾਂ ਨੂੰ ਦੇ ਕੇ ਦੇਖ ਲਈਆਂ। ਸਾਰੀ ਆਪੋਜੀਸ਼ਨ ਨੇ ਰਾਜ ਸਭਾ ਦੀ ਪ੍ਰੋਸੀਡਿੰਗਸ ਬॉयकॉट ਕਰਕੇ ਦੇਖ ਲਈਆਂ, ਲੇਕਿਨ ਬੀਜੇਪੀ ਆਪਣੀ ਗੱਲ ਤੇ ਬਚਿੱਤ ਹੈ। ਇਸ ਲਈ ਸਾਡੀ ਕੈਪਟਨ ਅਮਰਿੰਦਰ ਸਿੰਘ ਨੂੰ ਸਾਰੇ ਐਮਐਲਏਜ਼ ਦੀ ਪੁਕਾਰ ਆ ਕਿ ਇੱਕ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ। ਜਿਸ ਤਰ੍ਹਾਂ ਅਸੀਂ ਆਰਡੀਨੈਂਸ ਰੱਦ ਕੀਤੇ ਸੀਗੇ, ਐਨ ਉਸੇ ਤਰੀਕੇ ਦੇ ਨਾਲ ਸਰਬਸੰਮਤੀ ਦੇ ਨਾਲ ਜਿਹੜੇ ਬੀਜੇਪੀ ਨੇ ਕਾਨੂੰਨ ਬਣਾਏ ਨੇ, ਕਿਸਾਨਾਂ ਦੇ ਮੌਤ ਦੇ ਵਾਰੰਟ ਤਿਆਰ ਕੀਤੇ ਨੇ, ਕਾਲੇ ਕਾਨੂੰਨ ਬਣਾਏ ਨੇ, ਇਹਨਾਂ ਸਭ ਨੂੰ ਰੱਦ ਕੀਤਾ ਜਾਵੇ। ਇਹ ਇੱਕ ਅਹਿਮ ਫੈਸਲਾ ਪੰਜਾਬ ਸਰਕਾਰ ਲੈ ਸਕਦੀ ਹੈ। ਔਰ ਕਾਵੇਰੀ ਵਾਟਰਸ ਤੇ ਪਹਿਲਾਂ ਕਰਨਾਟਕਾ ਔਰ ਤਾਮਿਲਨਾਡੂ ਦੇ ਡਿਸਪਿਊਟ ਵਿੱਚ ਕਰਨਾਟਕਾ ਦੀ ਅਸੈਂਬਲੀ ਸੁਪਰੀਮ ਕੋਰਟ ਦੀਆਂ ਡਾਇਰੈਕਸ਼ਨਸ ਜਜਮੈਂਟਸ ਨੂੰ ਰਿਸਿੰਡ ਕਰ ਚੁੱਕੀ ਆ। ਤੀਸਰਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਅਪੀਲ ਆ ਕਿ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਸੰਘਰਸ਼ ਕਰ ਰਹੀਆਂ, ਅਸੀਂ ਸਾਰੇ ਉਹਨਾਂ ਦੀ 100% ਦੀ ਸਪੋਰਟ ਕਰਦੇ ਹਾਂ। 25 ਤਾਰੀਖ ਦੇ ਕਿਸਾਨ ਅੰਦੋਲਨ, ਪੰਜਾਬ ਬੰਦ, ਚੱਕਾ ਜਾਮ, ਅਸੀਂ ਸਾਰੇ ਜਿੰਨੇ ਵੀ ਐਮਐਲਏਜ਼ ਨੇ, ਸਾਡੇ ਸਾਥੀ ਨੇ, ਅਸੀਂ ਸਾਰੇ ਕੁਲੀਗਸ, ਅਸੀਂ ਉਸ ਪੰਜਾਬ ਬੰਦ ਦੀ, ਕਿਸਾਨਾਂ ਦੇ ਅੰਦੋਲਨ ਦੀ ਹਮਾਇਤ ਕਰਨ ਦਾ ਐਲਾਨ ਕਰਦੇ ਹਾਂ। ਤੇ ਨਾਲ ਜਿਹੜੀਆਂ ਗੈਰ ਕਾਂਗਰਸੀ ਤੇ ਗੈਰ ਅਕਾਲੀ ਬੀਜੇਪੀ ਪੋਲੀਟੀਕਲ ਪਾਰਟੀਆਂ ਨੇ ਪੰਜਾਬ 'ਚ, ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇਕੱਲੇ ਲੜਨ ਨਾਲੋਂ ਆਓ ਆਪਾਂ ਸਾਰੇ ਇਕੱਠੇ ਹੋ ਕੇ, ਜਿੱਦਾਂ ਸਾਰੀਆਂ ਕਿਸਾਨ 30 ਜਥੇਬੰਦੀਆਂ ਇਕੱਠੀਆਂ ਹੋਈਆਂ, ਆਪਾਂ ਵੀ ਏਕਤਾ ਦਾ ਸਬੂਤ ਦੇ ਕੇ ਕਿਸਾਨਾਂ ਦੇ ਕਾਨੂੰਨਾਂ ਦੇ ਖਿਲਾਫ ਲੜਾਈ ਵਿੱਢੀਏ ਤੇ ਕਿਸਾਨਾਂ ਦੀ ਹਿਫਾਜ਼ਤ ਕਰਨ ਦਾ ਉਪਰਾਲਾ ਕਰੀਏ। ਉਧਰ ਖੇਤੀ ਆਰਡੀਨੈਂਸਾਂ ਦੇ ਉੱਤੇ ਲੋਕ ਇਨਸਾਫ ਪਾਰਟੀ ਵੀ ਲਗਾਤਾਰ ਮੈਦਾਨ ਦੇ ਵਿੱਚ ਹੈ ਤੇ ਲੋਕ ਇਨਸਾਫ ਪਾਰਟੀ ਦੇ ਵੱਲੋਂ ਹੁਣ ਫਤਿਹਗੜ੍ਹ ਸਾਹਿਬ ਦੀ ਪਵਿੱਤਰ ਧਰਤੀ ਤੋਂ ਮੋਟਰਸਾਈਕਲ ਰੈਲੀ ਦਾ ਐਲਾਨ ਕੀਤਾ ਗਿਆ ਹੈ। ਇਹ ਮੋਟਰਸਾਈਕਲ ਰੈਲੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਸ਼ੁਰੂ ਹੋ ਕੇ ਦਿੱਲੀ ਪਾਰਲੀਮੈਂਟ ਦੇ ਘਿਰਾਓ ਤੱਕ ਪਹੁੰਚੇਗੀ। ਦੱਸੀਏ ਕਿ ਬੀਤੇ ਦਿਨ ਵੀ ਕਾਂਗਰਸ ਦੇ ਵੱਲੋਂ ਵੀ ਕੁਝ ਅਜਿਹਾ ਹੀ ਐਲਾਨ ਕੀਤਾ ਗਿਆ ਸੀ, ਜਿਸ ਐਲਾਨ ਤੋਂ ਬਾਅਦ ਕਾਂਗਰਸ ਦੀ ਰੈਲੀ ਨੂੰ ਹਰਿਆਣਾ ਐਂਟਰ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਗਿਆ ਸੀ ਤੇ ਹੁਣ ਬੀਤੇ ਦਿਨੀ ਹੋਣ ਵਾਲੀ ਬੈਂਸ ਬ੍ਰਦਰਜ਼ ਇਸ ਰੈਲੀ ਨੂੰ ਕਿੱਥੇ ਤੱਕ ਜਾਣ ਦਿੱਤਾ ਜਾਂਦਾ ਹੈ, ਇਹ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਸ ਤੇ ਨਜ਼ਰ ਆਵੇਗੀ। ਪਰ ਬੈਂਸ ਦੇ ਵੱਲੋਂ ਇਸ ਸਾਰੇ ਸਬੰਧ ਦੇ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਗਿਆ ਕਿ ਕੁਝ ਜਾਣ ਬੈਂਸ ਦਾ ਆਓ ਤੁਹਾਨੂੰ ਸੁਣਾ ਦਿੰਦੇ ਹਾਂ। ਅਕਾਲੀ ਦਲ ਕੁਝ ਕਰ ਲਵੇ ਜੇ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਜਦੋਂ ਖੇਤੀ ਸੁਧਾਰ ਆਰਡੀਨੈਂਸ ਆਏ ਨਾ, ਅਪਰੂਵਲ ਦਿੱਤੀ ਹੈ, ਕਿਤੇ ਬੀਬਾ ਸਿਮਰਤ ਕੌਰ ਬਾਦਲ ਉਸ ਦਿਨ ਰਿਜ਼ਾਈਨ ਦੇ ਆਉਂਦੇ, ਫਿਰ ਤਾਂ ਹੋ ਸਕਦਾ ਸੀ ਕਿ ਕਿਸਾਨ ਜਾਂ ਪੰਜਾਬ ਦੇ ਲੋਕ ਥੋੜਾ ਬਹੁਤਾ ਕੋਈ ਟਰਸਟ ਕਰ ਲੈਂਦੇ। ਹੁਣ ਤਾਂ ਸਭ ਨੂੰ ਪਤਾ ਲੱਗ ਗਿਆ। ਐਂਡ ਬੀਬੀ ਜੀ ਰਿਜ਼ਾਈਨ ਕਰਨ ਤੋਂ ਬਾਅਦ ਵੀ ਕਹਿ ਰਹੇ ਤੇ ਮੈਂ ਵਰਖਲਾਫ ਨਹੀਂ ਆਰਡੀਨੈਂਸਾਂ ਦੇ, ਕਿਸਾਨ ਵਰਖਲਾਫ ਹੈ। ਇਹਦਾ ਮਤਲਬ ਬੀਬੀ ਜੀ ਸਿਆਣੇ ਆ ਤੇ ਪੰਜਾਬ ਦਾ ਸਾਰਾ ਜਿਹੜਾ ਕਿਸਾਨ ਤੇ ਖੇਤ ਮਜ਼ਦੂਰ ਉਹ ਬੇਵਕੂਫ ਆ, ਉਹਨਾਂ ਨੂੰ ਅਕਲ ਨਹੀਂ ਹੈਗੀ। ਤੇ ਇਹ ਜਿਹੜਾ ਅਕਾਲੀ ਦਲ ਢਕਵਾਂਦੇ ਉਹ ਸਿਰਫ ਤੇ ਸਿਰਫ ਆਪਣੀ ਹੋਂਦ ਬਚਾਉਣ ਵਾਸਤੇ, ਜਿਹੜੀ ਅਕਾਲੀ ਦਲ ਬਾਦਲ ਐਂਡ ਕੰਪਨੀ ਦੀ ਪੰਜਾਬ ਦੇ ਅੰਦਰ ਹੋਂਦ ਸਮਾਪਤ ਹੋਣ ਵਾਸਤੇ ਕਗਾਰ ਤੇ ਖੜੀ ਹੈ। ਜਿਵੇਂ ਹਰਿਆਣੇ ਦੇ ਅੰਦਰ
ਚੌਟਾਲਾ ਕੰਪਨੀ ਦੀ ਜਿਹੜੀ ਹੋਂਦ ਆ ਉਹ ਕਗਾਰ ਤੇ ਆ। ਇਸੇ ਤਰੀਕੇ ਅੱਜ ਆਪਣੀ ਹੋਂਦ ਨੂੰ ਬਚਾਉਣ ਵਾਸਤੇ ਉਹ ਨਟੰਕੀ ਤੇ ਡਰਾਮੇਬਾਜ਼ੀ। ਸਾਬਕਾ ਪੁਲਿਸ ਮੁਖੀ ਸੁਮੇਧ ਸਿੰਘ ਸੈਣੀ ਦੇ ਉੱਤੇ ਇੱਕ ਵਾਰ ਫਿਰ SIT ਦਾ ਸਕੰਜਾ ਕੱਸਿਆ ਨਜ਼ਰ ਆ ਰਿਹਾ। ਦੱਸਦੀ ਕਿ ਸੁਮੇਧ ਸਿੰਘ ਸੈਣੀ ਨੂੰ ਬੀਤੇ ਦਿਨੀ ਅਦਾਲਤ ਦੇ ਵੱਲੋਂ ਥੋੜੀ ਬਹੁਤ ਰਿਲੀਫ ਦਿੱਤਾ ਗਿਆ ਸੀ, ਜਿਸ ਦੇ ਵਿੱਚ ਸੁਮੇਧ ਸਿੰਘ ਸੈਣੀ ਦੀ ਗ੍ਰਿਫਤਾਰੀ ਦੇ ਉੱਤੇ ਰੋਕ ਲਗਾਈ ਗਈ ਸੀ। ਪਰ ਹੁਣ ਇੱਕ ਵਾਰ ਫਿਰ SIT ਦੇ ਵੱਲੋਂ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਤੇ ਜਲਦ ਤੋਂ ਜਲਦ ਪੁਲਿਸ ਦੇ ਕੋਲ ਪੇਸ਼ ਹੋਣ ਦੀ ਉਹਨਾਂ ਨੂੰ ਹੁਕਮ ਲਾਇਆ ਗਿਆ ਹੈ। ਦੱਸਦੀ ਕਿ ਸੁਮੇਧ ਸੈਣੀ ਬੀਤੇ ਦਿਨਾਂ ਤੋਂ ਗਾਇਬ ਨਜ਼ਰ ਆ ਰਹੇ ਨੇ ਤੇ ਲਗਾਤਾਰ SIT ਦੇ ਵੱਲੋਂ ਵੀ ਤੇ ਵੱਖ-ਵੱਖ ਟੀਮਾਂ ਦੇ ਵੱਲੋਂ ਸੁਮੇਧ ਸਿੰਘ ਸੈਣੀ ਦੇ ਵੱਖ-ਵੱਖ ਘਰਾਂ ਤੇ ਫਾਰਮ ਹਾਊਸਾਂ ਦੇ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਧਰ ਖੇਤੀ ਆਰਡੀਨੈਂਸ ਨੂੰ ਲੈ ਕੇ ਅਕਾਲੀ ਦਲ ਵੀ ਮੈਦਾਨ ਦੇ ਵਿੱਚ ਆ ਤੇ ਅਕਾਲੀ ਦਲ ਦੇ ਵੱਲੋਂ ਕਿਸਾਨ ਹੱਕ ਦੇ ਵਿੱਚ ਹੋਣ ਦੀ ਗੱਲ ਕਹੀ ਜਾ ਰਹੀ ਹੈ। ਦੱਸਦੀ ਕਿ ਅਕਾਲੀ ਦਲ ਦੇ ਵੱਲੋਂ ਹੁਣ ਇੱਕ ਨਵਾਂ ਐਲਾਨ ਕੀਤਾ ਗਿਆ ਹੈ। ਅਕਾਲੀ ਦਲ ਦਾ ਕਹਿਣਾ ਕਿ ਉਹ ਵੀ ਹੁਣ ਇੱਕ ਰੋਸ ਮਾਰਚ ਕਰਨਗੇ, ਜਿਸ ਦੇ ਲਈ ਉਹਨਾਂ ਦੇ ਵੱਲੋਂ 3 ਤਖਤਾਂ ਤੋਂ ਉਹਨਾਂ ਦੇ ਵੱਖ-ਵੱਖ ਜਥੇ ਤੁਰਨਗੇ, ਜਿਨ੍ਹਾਂ ਜਥਿਆਂ ਦੇ ਵਿੱਚ ਸਾਰੇ ਹੀ ਵੱਡੇ ਆਗੂ ਸ਼ਾਮਲ ਹੋਣਗੇ, ਜਿਸ ਤੋਂ ਬਾਅਦ ਇੱਕ ਇਕੱਠ ਦੇ ਰੂਪ ਦੇ ਵਿੱਚ ਕਿਸਾਨ ਆਰਡੀਨੈਂਸਾਂ ਦਾ ਵਿਰੋਧ ਉਹਨਾਂ ਦੇ ਵੱਲੋਂ ਕੀਤਾ ਜਾਵੇਗਾ। ਪੰਜਾਬ ਦੇ ਕਿਸਾਨਾਂ ਲਈ ਤੇ ਪੰਜਾਬੀਆਂ ਲਈ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੱਤਾ ਤੋਂ ਬਾਹਰ ਆਇਆ, ਹੁਣ ਚੁੱਪ ਕਰਕੇ ਚੈਨ ਨਾਲ ਨਹੀਂ ਬੈਠੇਗਾ। ਸ਼੍ਰੋਮਣੀ ਅਕਾਲੀ ਦਲ 25 ਤਰੀਕ ਦੇ ਪੰਜਾਬ ਬੰਦ ਦੇ ਵਿੱਚ ਆਪਣੇ ਸਮੂਹ ਵਰਕਰਾਂ ਨੂੰ ਪੂਰਜ਼ੋਰ ਬੰਦ ਵਿੱਚ ਸ਼ਾਮਲ ਹੋ ਕੇ ਬੰਦ ਨੂੰ ਸਫਲ ਕਰਾਉਣ ਦੀ ਅਪੀਲ ਕਰਦਾ ਔਰ ਇਹ ਜਮਹੂਰੀ ਤਰੀਕੇ ਨਾਲ, ਸ਼ਾਂਤਮਈ ਤਰੀਕੇ ਨਾਲ ਪੰਜਾਬੀਆਂ ਦੀ ਇੱਕ ਆਵਾਜ਼ ਦਾ ਪ੍ਰਗਟਾਵਾ ਜਿਹੜਾ ਹੈ 25 ਤਰੀਕ ਦਾ ਪੰਜਾਬ ਬੰਦ ਜਿਹੜਾ ਹੈ ਉਹ ਕਰੇਗਾ ਔਰ ਹਰ ਵਰਕਰ, ਹਰ ਲੀਡਰ ਜਿਹੜਾ ਹੈ ਆਪਣੀ ਸਮਰੱਥਾ ਅਨੁਸਾਰ ਇਹਦੇ 'ਚ ਯੋਗਦਾਨ ਪਾਏਗਾ। ਔਰ ਮੈਂ ਸਮਝਦਾ ਕਿ ਅੱਜ ਸਮਾਂ ਆ ਗਿਆ ਕਿ ਸਮੂਹ ਪੰਜਾਬੀਆਂ ਨੂੰ ਇੱਕ ਮੰਚ ਤੇ ਇੱਕ ਵਿਚਾਰ ਤੇ ਖੜੇ ਹੋਣ ਦਾ ਔਰ ਇਹਦੇ ਲਈ ਕਮ ਸੇ ਕਮ ਜਿਹੜੀ MSP ਆ ਇਹਨੂੰ ਕਾਨੂੰਨੀ ਮਾਨਤਾ ਮਿਲੇ। MSP ਨੂੰ ਫੰਡਾਮੈਂਟਲ ਰਾਈਟਸ ਦੀ ਲਿਸਟ ਵਿੱਚ ਸ਼ਾਮਲ ਕੀਤਾ ਜਾਵੇ। MSP ਤੇ ਫਸਲ ਖਰੀਦਦਾਰ ਲਈ ਯਕੀਨੀ ਹੋਵੇ ਤੇ ਇਹ ਸਾਰੀਆਂ ਗੱਲਾਂ ਦੀ ਵਿਵਸਥਾ ਕਰਾਉਣ ਲਈ ਦੇਸ਼ ਦੇ ਵਿੱਚ ਸਾਰੇ ਸੂਬਿਆਂ ਦੇ ਕਿਸਾਨ ਉਤਾਵਲੇ ਨੇ ਔਰ ਮੈਂ ਸਮਝਦਾ ਕਿ 73 ਸਾਲਾਂ ਬਾਅਦ ਜੇ ਪੰਜਾਬ ਹਿੰਦੁਸਤਾਨ ਦੇ ਕਿਸਾਨ ਦੀ ਆਰਥਿਕ ਸਥਿਤੀ ਮੰਦਹਾਲੀ ਵੱਲ ਗਈ ਆ। ਇੱਕ ਵਰਚੁਅਲ ਮੀਟਿੰਗ ਪਾਰਟੀ ਦੇ ਸਾਰੇ ਸੀਨੀਅਰ ਲੀਡਰ ਸਾਹਿਬਾਨ ਨਾਲ ਹੋਈ ਹੈ, ਜਿਹਦੇ ਵਿੱਚ ਇਹ ਫੈਸਲਾ ਕੀਤਾ ਗਿਆ ਹੈ ਕਿ 25 ਸਤੰਬਰ ਨੂੰ ਸਾਰੇ ਪੰਜਾਬ ਦੇ ਵਿੱਚ 3 ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਸਤੇ 11 ਵਜੇ ਤੋਂ ਲੈ ਕੇ 1 ਵਜੇ ਤੱਕ ਚੱਕਾ ਜਾਮ ਜਿਹੜਾ ਉਹ ਕੀਤਾ ਜਾਏ। ਹਰ ਹਲਕੇ ਦੇ ਵਿੱਚ ਸਾਡੇ ਸੀਨੀਅਰ ਆਗੂ, ਸਾਡੇ ਵਰਕਰ, ਕਿਸਾਨ ਵੀਰ, ਖੇਤ ਮਜ਼ਦੂਰ ਤੇ ਬਾਕੀ ਸਾਰੇ ਸਹਿਯੋਗੀ 3 ਘੰਟੇ ਸ਼ਾਂਤਮਈ ਤਰੀਕੇ ਦੇ ਨਾਲ ਚੱਕਾ ਜਾਮ ਜਿਹੜਾ ਉਹ ਕਰਨਗੇ। ਉਸ ਤੋਂ ਬਾਅਦ 26 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ 4 ਦਿਨ ਲਗਾਤਾਰ ਪ੍ਰਧਾਨ ਸਾਹਿਬ ਸਾਰੇ ਪੰਜਾਬ ਦੇ ਜ਼ਿਲ੍ਹਿਆਂ ਦਾ ਟੂਰ ਕਰਕੇ ਮਾਸ ਕੰਟੈਕਟ ਪ੍ਰੋਗਰਾਮ ਲਾਂਚ ਕਰਨਗੇ। ਇਹਨਾਂ ਖੇਤੀ ਕਾਨੂੰਨਾਂ ਦਾ ਜੋ ਕਿਸਾਨੀ ਨੂੰ ਨੁਕਸਾਨ ਹੋ ਰਿਹਾ ਉਹਦੇ ਬਾਰੇ ਵਰਕਰ ਨੂੰ ਜਾਣੂ ਕਰਾਉਣਗੇ ਔਰ ਫਿਰ 1 ਤਰੀਕ ਨੂੰ ਇੱਕ ਵੱਡਾ ਰੋਸ ਪ੍ਰਦਰਸ਼ਨ ਜਿਹੜਾ ਸਾਰੇ ਪੰਜਾਬ ਚੋਂ 3 ਤਖਤਾਂ ਤੋਂ ਅਰਦਾਸ ਕਰਕੇ ਸਾਰੇ ਸਾਡੇ ਆਗੂ, ਵਰਕਰ, ਕਿਸਾਨ ਵੀਰ, ਖੇਤ ਮਜ਼ਦੂਰ ਤੇ ਸਾਥੀ 1 ਤਰੀਕ ਨੂੰ ਚੱਲਣਗੇ ਔਰ ਮੋਹਾਲੀ ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਪਹੁੰਚਣਗੇ, ਜਿੱਥੋਂ ਫਿਰ ਗਵਰਨਰ ਸਾਹਿਬ ਨੂੰ ਮਿਲ ਕੇ ਰਾਸ਼ਟਰਪਤੀ ਦੇ ਨਾਂ ਦੇ ਉੱਤੇ ਇੱਕ ਮੈਮੋਰੈਂਡਮ ਦਿੱਤਾ ਜਾਏਗਾ, ਜਿਹਦੇ ਵਿੱਚ ਇਹਨਾਂ 3 ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਵਾਸਤੇ ਜਿਹੜੀ ਆ ਉਹ ਅਪੀਲ ਕੀਤੀ ਜਾਏ। ਉਧਰ ਲਾਪਤਾ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦਾ ਮਾਮਲਾ ਲਗਾਤਾਰ ਭਖਦਾ ਜਾ ਰਿਹਾ। ਇਸ ਮਾਮਲੇ ਦੇ ਵਿੱਚ ਇੱਕ ਪਾਸੇ ਜਿੱਥੇ ਸਿੱਖ ਜਥੇਬੰਦੀਆਂ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਧਰਨੇ ਦੇ ਉੱਤੇ ਨੇ, ਉਧਰ ਦੂਜੇ ਪਾਸੇ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਘਰ ਦੇ ਬਾਹਰ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕਈ ਵੱਡੇ ਦਿੱਗਜ ਆਗੂ ਉੱਥੇ ਨਜ਼ਰ ਆਏ ਨੇ, ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਮਹਿੰਦਰਪਾਲ ਅਤੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦੇ ਵੱਲੋਂ ਵੱਡੀਆਂ ਮੰਗਾਂ ਰੱਖੀਆਂ ਗਈਆਂ ਨੇ। ਉਹਨਾਂ ਨੇ ਇਸ ਮੌਕੇ ਦੇ ਉੱਤੇ ਅਸਤੀਫੇ ਤੱਕ ਦੀ ਮੰਗ ਕਰ ਦਿੱਤੀ ਗਈ ਹੈ। ਦੱਸਦੀ ਕਿ ਗੋਬਿੰਦ ਸਿੰਘ ਲੌਂਗੋਵਾਲ ਦਾ ਅਸਤੀਫਾ ਮੰਗਿਆ ਜਾ ਰਿਹਾ ਤੇ ਇਹਨਾਂ ਦੇ ਖਿਲਾਫ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ। ਸਿੱਖਾਂ ਦੀ ਸਭ ਤੋਂ ਵੱਡੀ ਜਥੇਬੰਦੀ ਜਿਹਦੇ ਕੋਲ ਅਰਬਾਂ ਰੁਪਇਆਂ ਦਾ ਬਜਟ ਹੈ,
ਉਹ ਵੀ ਜੇ ਗੁਰੂ ਗ੍ਰੰਥ ਸਾਹਿਬ ਜੀ ਦੀ ਰੱਖਿਆ ਜਾਂ ਹਿਸਾਬ ਕਿਤਾਬ ਨਹੀਂ ਰੱਖ ਸਕਦੀ ਤਾਂ ਸਾਨੂੰ ਸਿੱਖਾਂ ਨੂੰ ਕੌਮੀ ਤੌਰ ਤੇ ਕੁਝ ਨਾ ਕੁਝ ਐਸਾ ਸੋਚਣਾ ਪਊਗਾ ਜਿਹਦੇ ਵਿੱਚ ਘੱਟ ਤੋਂ ਘੱਟ ਪਹਿਲੀ ਸ਼ਰਤ ਇਹ ਹੈ ਕਿ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਕਿਵੇਂ ਸਦਾ ਲਈ ਸੁਰੱਖਿਅਤ ਰਹਿੰਦੇ ਨੇ। ਸੋ ਉਹਦੇ ਲਈ ਜੋ ਆਪ ਜੀ ਨੇ ਸਵਾਲ ਕੀਤਾ ਉਹਦਾ ਜਵਾਬ ਇਹ ਹੈ ਕਿ ਅੱਜ ਜੋ ਤੁਸੀਂ ਦੇਖ ਰਹੇ ਹੋ ਇਹ ਅੱਜ ਪਹਿਲਾ ਦਿਨ ਹੈ, ਕਿਉਂਕਿ ਜਿਸ ਸੰਸਥਾ ਤੋਂ ਇਹ ਗੁੰਮ ਹੋਏ ਨੇ ਉਸ ਸੰਸਥਾ ਦਾ ਮੁਖੀ ਦਾ ਆ 4 ਕਦਮ ਤੇ ਘਰ ਹੈ। ਉੱਥੇ ਜਗ੍ਹਾ ਨਾ ਮਿਲਣ ਕਰਕੇ ਸਾਨੂੰ ਸਾਹਮਣੇ ਸਿਰਫ ਸੜਕ ਸੀ, ਇਸ ਕਰਕੇ ਸਾਨੂੰ ਇੱਥੇ ਆਏ ਤਾਂ ਚਲੋ ਇੱਕ ਪ੍ਰੋਟੈਸਟ ਹੈ, ਅਸੀਂ ਉਹਦੇ ਘਰੇ ਆਏ ਹਾਂ ਵੀ ਤੂੰ ਜੇ ਨਹੀਂ ਸਾਂਭ ਸਕਿਆ ਆਪਣੀ ਜ਼ਿੰਮੇਵਾਰੀ ਤਾਂ ਘੱਟੋ ਘੱਟ ਤੂੰ ਤਾਂ ਰਿਜ਼ਾਈਨ ਦੇ ਕੇ ਪਾਸੇ ਹੋ, ਕਿਉਂਕਿ ਜਿਹੜਾ ਉਹਨਾਂ ਨੇ ਅਕਾਲ ਤਖਤ ਸਾਹਿਬ ਦਾ ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਬਣਾਇਆ ਹੈ ਉਹਨਾਂ ਨੇ ਵੀ SGPC ਨੂੰ ਗੁਨਾਹਗਾਰ ਤਾਂ ਕਹਿਤਾ। ਹੁਣ ਗੁਨਾਹਗਾਰ ਨੂੰ ਇੰਨੇ ਵੱਡੇ ਅਹੁਦੇ ਤੇ ਬੈਠਣ ਦਾ ਕੀ ਹੱਕ ਹੈ? ਸੋ ਮੇਰਾ ਤਾਂ ਇਹੀ ਜਵਾਬ ਹੈ ਕਿ ਆਹ ਜਿਹੜਾ ਪੜਾਅ ਸ਼ੁਰੂ ਹੋ ਰਿਹਾ ਹੈ ਸਾਰੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਸ਼ੁਰੂ ਕੀਤਾ ਹੈ, ਇਹ ਉਨੀ ਦੇਰ ਤੱਕ ਕਿਸੇ ਨਾ ਕਿਸੇ ਰੂਪ 'ਚ ਲਗਾਤਾਰ ਰਹੂਗਾ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਉਹਨਾਂ ਨੂੰ ਸਾਨੂੰ ਲੱਭ ਕੇ ਕੌਮ ਨੂੰ ਦੱਸਣੇ ਪੈਣਗੇ ਜਾਂ ਗੁਨਾਹ ਕਬੂਲ ਕਰਕੇ ਆਪਣੇ ਆਪਣੇ ਘਰੇ ਜਾਣਾ। ਵਿਦੇਸ਼ ਜਾ ਕੇ ਆਪਣਾ ਭਵਿੱਖ ਸਵਾਰਨ ਦੀ ਆਸ ਲੈ ਕੇ ਬੈਠੇ ਵਿਦਿਆਰਥੀਆਂ ਦੇ ਲਈ RS ਗਲੋਬਲ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਸੈਮੀਨਾਰ ਦੇ ਵਿੱਚ ਉਹਨਾਂ ਦੇ ਵੱਲੋਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੇ ਲਈ ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ। ਇਸ ਮੌਕੇ ਦੇ ਉੱਤੇ RS ਗਲੋਬਲ ਦੇ MD ਦਾ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾ ਦਿੰਦੇ ਹਾਂ। ਤਕਰੀਬਨ ਪਿਛਲੇ 2 ਦਿਨ ਤੋਂ ਇਹ ਸੈਮੀਨਾਰ ਦਾ ਸਿਲਸਿਲਾ ਚੱਲ ਰਿਹਾ ਹੈ। ਜਲੰਧਰ ਤੋਂ ਸ਼ੁਰੂਆਤ ਕਰਕੇ ਹੁਣ ਅੱਜ ਅੰਮ੍ਰਿਤਸਰ ਦੇ ਵਿੱਚ ਹੈ ਔਰ ਪਰਸੋਂ ਨੂੰ ਵੀਰਵਾਰ ਨੂੰ ਮੋਹਾਲੀ 'ਚ ਸਾਡੇ ਸੈਮੀਨਾਰ ਲੱਗ ਰਹੇ ਨੇ UK ਔਰ ਆਸਟ੍ਰੇਲੀਆ ਨੂੰ ਲੈ ਕੇ। ਬੇਸਿਕਲੀ UK ਪੰਜਾਬੀਆਂ ਦੀ ਕੈਨੇਡਾ ਤੋਂ ਬਾਅਦ ਇੱਕ ਦੂਜੀ ਪਸੰਦੀਦਾ ਸਟੱਡੀ ਡੈਸਟੀਨੇਸ਼ਨ ਬਣਦਾ ਜਾ ਰਿਹਾ, ਕਿਉਂਕਿ ਵੈਸੇ ਵੀ ਜੇ ਅੱਜ ਤੋਂ ਆਪਾਂ 100 ਸਾਲ ਪੁਰਾਣੀ ਵੀ ਮਹਾਰਾਜੇ ਟਾਈਮ ਦੀ ਵੀ ਗੱਲ ਕਰੀਏ ਉਦੋਂ ਵੀ ਚੰਗੇ ਘਰਾਣਿਆਂ ਦੇ ਜਿਹੜੇ ਚੰਗੇ ਬਿਜ਼ਨਸਮੈਨ ਲੋਕ ਸੀਗੇ ਆਪਣੇ ਬੱਚਿਆਂ ਨੂੰ ਉਦੋਂ ਵੀ ਬਾਹਰਲੇ ਮੁਲਕਾਂ UK 'ਚ ਪੜ੍ਹਾਉਣ ਤੋਂ ਜਾਂ ਵਲਾਇਤ 'ਚ ਪੜ੍ਹਾਉਣ ਤੋਂ ਤਰਜੀਹ ਦਿੰਦੇ ਸੀਗੇ। ਤਾਂ UK ਦੇ ਕਾਨੂੰਨ 5 ਅਕਤੂਬਰ ਨੂੰ ਚੇਂਜ ਹੋਣ ਜਾ ਰਹੇ ਜੀ। ਸਭ ਨੂੰ ਪਤਾ ਕਿ UK ਬਿਨਾਂ ਆਇਲਟਸ ਤੋਂ ਵੀਜ਼ੇ ਦੇ ਰਿਹਾ ਐਂਡ ਪਿਛਲੇ ਸਤੰਬਰ 2019 ਦੀ ਗੱਲ ਕਰਾਂ ਜਾਂ ਜਨਵਰੀ 2020 ਦੀ ਗੱਲ ਕਰਾਂ ਜਾਂ ਹੁਣ ਸਤੰਬਰ 2020 ਦੀ ਗੱਲ ਕਰਾਂ, RS ਗਲੋਬਲ ਇਮੀਗ੍ਰੇਸ਼ਨ ਦਾ UK ਦੇ ਵਿੱਚ ਐਜੂਕੇਸ਼ਨ ਦਾ ਜਿਹੜਾ ਸਕਸੈਸ ਰੇਟ 100% ਰਿਹਾ। ਬਟ ਵਿਦਆਊਟ ਆਇਲਟਸ ਜਾਣ ਵਾਲੇ ਬੱਚਿਆਂ ਲਈ ਜਿਹੜੇ ਸਪੈਸ਼ਲੀ ਪੰਜਾਬ ਬੋਰਡ ਤੋਂ, ਹਰਿਆਣਾ ਬੋਰਡ ਤੋਂ ਜਾਂ ਹਿਮਾਚਲ ਬੋਰਡ ਤੋਂ +2 ਪਾਸ ਨੇ ਉਹਨਾਂ ਲਈ ਅੱਗੇ ਥੋੜ੍ਹੀਆਂ ਜਿਹੀਆਂ ਔਕੜਾਂ ਜ਼ਰੂਰ ਆ ਜਾਣਗੀਆਂ, ਕਿਉਂਕਿ 5 ਅਕਤੂਬਰ ਤੋਂ ਬਾਅਦ ਪੁਆਇੰਟ ਬੇਸ ਸਿਸਟਮ ਥੋੜ੍ਹੀ ਤਬਦੀਲੀ ਆ ਰਹੀ ਹੈ। ਜਿੱਥੇ ਪਹਿਲਾਂ ਵੀਜ਼ਾ ਲੈਣ ਲਈ 40 ਪੁਆਇੰਟ ਚਾਹੀਦੇ ਸੀ ਹੁਣ 70 ਪੁਆਇੰਟ ਚਾਹੀਦੇ ਹੋਣਗੇ, ਜਿਹਦੇ ਵਿੱਚ 50 ਪੁਆਇੰਟ ਯੂਨੀਵਰਸਿਟੀ ਦੀ ਕੈਸ਼ ਲੈਟਰ ਦੇ ਹੈ, 10 ਪੁਆਇੰਟ ਫੰਡਸ ਦੇ ਨੇ, ਬਾਕੀ 10 ਪੁਆਇੰਟ ਇੰਗਲਿਸ਼ ਐਲੀਜੀਬਿਲਟੀ ਜੁੜ ਜਾਣਗੇ। ਸੋ ਜਿਨ੍ਹਾਂ ਬੱਚਿਆਂ ਦੇ ਨੰਬਰ ਅੰਗਰੇਜ਼ੀ 'ਚੋਂ 60% ਨੇ ਉਹਨਾਂ ਨੂੰ 70% ਨੰਬਰ ਲੈਣੇ ਪੈਣਗੇ ਜਾਂ ਫਿਰ ਆਇਲਟਸ ਕਰਨੀ ਪਏਗੀ। ਸੋ ਉਸ ਰੂਲ ਬਦਲਣ ਨੂੰ ਧਿਆਨ 'ਚ ਰੱਖਦੇ ਹੋਏ ਬੱਚਿਆਂ ਨੂੰ ਇੱਕ ਆਖਰੀ ਮੌਕਾ ਦਿੱਤਾ ਜਾ ਰਿਹਾ ਸੀ RS ਗਲੋਬਲ ਇਮੀਗ੍ਰੇਸ਼ਨ ਦੇ ਅੰਮ੍ਰਿਤਸਰ ਦਫ਼ਤਰ ਜੋ ਕਿ ਰਣਜੀਤ ਐਵੀਨਿਊ B ਬਲਾਕ 'ਚ ਹੈ, ਤਾਂ ਕਿ ਉਹ ਬੱਚੇ ਮੌਕੇ 'ਤੇ ਆ ਕੇ ਆਪਣੀ ਅਸੈਸਮੈਂਟ ਕਰ ਸਕਣ ਔਰ UK 'ਚ ਬਿਨਾਂ ਆਇਲਟਸ ਤੋਂ ਕਾਨੂੰਨ ਬਦਲਣ ਤੋਂ ਪਹਿਲਾਂ ਆਪਦੀ ਅਸੈਸਮੈਂਟ ਕਰਾ ਕੇ UK ਪੜ੍ਹਨ ਜਾਣ ਦਾ ਸੁਪਨਾ ਪੂਰਾ ਕਰ ਸਕਣ। ਪੰਜਾਬ ਇਸ ਵੇਲੇ ਦੇ ਵਿੱਚ ਫਿਲਹਾਲ ਇੰਨਾ ਹੀ, ਫਿਰ ਮੁੜ ਹਾਜ਼ਰ ਹੋਵਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ। ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ। ਧੰਨਵਾਦ।